ਖਾਲਿਸਤਾਨ ਮਿਲਣਾ ਹੁਣ ਜਿਵੇਂ ਤੁਸੀਂ ਵੋਟਾਂ ਦੀ ਵੀ ਗੱਲ ਕੀਤੀ ਹੈ ਕਿ ਹਾਲੇ ਸਾਡੀ ਤਿਆਰੀ ਨਹੀਂ ਤਾਂ ਫਿਰ ਇਹ ਚੀਜ਼ ਹਾਸਲ ਕਿਵੇਂ ਹੋਊਗੀ ਇਹਦੇ ਬਾਰੇ ਵੀ ਤਾਂ ਪਤਾ ਲੱਗੇ ਇਕੱਲੀ ਗੱਲ ਕਰਨਾ ਨਾਮ ਲੈਣਾ ਤਾਂ ਨਹੀਂ ਕੋਈ ਬਣਨਾ। ਮੈਂ ਨਹੀਂ ਕਿਹਾ ਕਿ ਸਾਡੀ ਤਿਆਰੀ ਨਹੀਂ। ਜਦੋਂ ਮਾਨ ਸਾਹਿਬ ਖਾਲਿਸਤਾਨ ਦੀ ਗੱਲ ਇਸੇ ਕਰਕੇ ਕਰਦੇ ਆ ਕਿ ਵਿਦੇਸ਼ਾਂ ਵਿੱਚੋਂ ਡਾਲਰ ਕਮਾਉਣ ਬਾਰੇ। ਜਿਹਨੂੰ ਵੋਟ ਨਹੀਂ ਪੈਂਦੀ ਉਹਨੂੰ ਡਾਲਰ ਕੌਣ ਦਊਗਾ? ਤੁਸੀਂ ਚੋਣਾਂ ਲੜੀਆਂ ਸੀ, ਲੋਕਾਂ ਨੇ ਬਹੁਤ ਵੱਡੀ ਬਹੁਮਤ ਦਿੱਤੀ ਸੀ, ਤੁਹਾਨੂੰ ਬੜਾ ਪਿਆਰ ਦਿੱਤਾ ਸੀ, ਤੁਹਾਡੇ ਤੋਂ ਵੀ ਕਿਤੇ ਨਾ ਕਿਤੇ ਸਾਂਭਿਆ ਨਹੀਂ ਗਿਆ। ਇੰਡੀਆ ਦੇ ਖਿਲਾਫ ਲੜਨਾ ਬਹੁਤ ਮੁਸ਼ਕਲ ਹੁੰਦਾ ਹੈ। ਸਾਡੇ ਕੋਲੇ ਇਹੋ ਜਿਹੀ ਤੇਜ਼ ਕਿਰਪਾਨ ਨਹੀਂ ਹੈ, ਇਹ ਸਾਡੇ ਉੱਤੇ ਬਾਹਰ ਕੱਢ ਕੇ ਰੱਖਦੇ ਆ। ਪਰ ਜੇ ਸਾਡੇ ਕੋਲੇ ਉਹੋ ਜਿਹੀ ਤਲਵਾਰ ਹੋਵੇ, ਇਹ ਲੋਕਾਂ ਨੂੰ ਸੋਚਣ ਦੀ ਗੱਲ ਹੈ। ਕਿਉਂ ਕਰਕੇ ਲੋਕ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਆ, ਜਿੱਦਣ ਬਣਾ ਲੈਂਦੇ ਆ ਅਗਲੇ ਦਿਨ ਫੇਰ ਸੜਕਾਂ 'ਤੇ ਆ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਨਾਲ ਪਤਾ ਨਹੀਂ ਕਹਿੰਦੇ ਕੋਈ ਤੁਹਾਡੀ ਰਿਸ਼ਤੇਦਾਰੀ ਆ, ਬਸ ਉਹਨਾਂ ਨਾਲ ਹੁਣ ਸਿਰਫ ਮਸਲੇ ਨੂੰ ਉਹਨਾਂ ਕੀ ਉਭਾਰ ਰਹੇ ਹੋ ਜਿੰਨਾ ਕਿ ਨਹੀਂ ਸਰਦਾ। ਜਿਹੜਾ ਮਸਲਾ ਹੈਗਾ ਬਰਗਾੜੀ ਦਾ, ਉਹ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪ ਸ਼ੁਰੂ ਕੀਤਾ ਸੀ। ਉਹਨਾਂ ਨੇ ਗੁਟਕਾ ਚੱਕ ਕੇ ਸਹੁੰ ਚੱਕੀ ਸੀ। ਪੰਜਾਬ ਦੇ ਵਿੱਚ ਵੋਟ ਸ਼ੇਅਰ 38% ਦੇ ਕਰੀਬ ਹਿੰਦੂਆਂ ਦਾ ਵੀ ਹੈ, ਤੇ 38% ਵੋਟ ਨੂੰ ਪਾਸੇ ਰੱਖ ਕੇ ਬਾਕੀ ਨਾ ਚੋਣ ਕਿਵੇਂ ਜਿੱਤ ਸਕਦੀ ਹੈ ਕੋਈ ਵੀ ਪਾਰਟੀ ਜੇ ਇੱਕ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਚੱਲਦੀ? ਸਿੱਧੂ ਸਾਹਿਬ, ਇਹ ਤਾਂ ਤੁਸੀਂ ਡੀਮੋਰਲਾਈਜ਼ ਕਰਨ ਦੀਆਂ ਗੱਲਾਂ ਕਰਦੇ ਹੋ। ਹੁਣ ਤੁਸੀਂ ਕਹਿੰਦੇ ਹੋ ਕਿ ਸੰਵਿਧਾਨ 'ਚ ਵਿਸ਼ਵਾਸ ਨਹੀਂ ਹੈ, ਜਦੋਂ ਸਾਡੇ ਨੁਮਾਇੰਦਿਆਂ ਨਹੀਂ ਸਾਈਨ ਨਹੀਂ ਕੀਤੇ ਤਾਂ ਫਿਰ ਵੋਟਾਂ ਵੀ ਸੰਵਿਧਾਨ ਰਾਹੀਂ ਪੈਂਦੀਆਂ, ਸਹੁੰ ਵੀ ਸੰਵਿਧਾਨ ਦੀ ਖਾਂਦੇ ਹੋ, ਤੇ ਜਿਹੜਾ ਪ੍ਰਬੰਧ ਤੁਸੀਂ ਕਹਿੰਦੇ ਹੋ ਕਿ ਜਿਹੜੀ ਕਿਰਪਾਨ ਰੱਖਣ ਦਾ ਵੀ ਸਾਨੂੰ ਅਧਿਕਾਰ ਸੰਵਿਧਾਨ ਦਿੰਦਾ, ਉਸੇ ਸੰਵਿਧਾਨ ਦੀ ਫਿਰ ਤੁਸੀਂ ਗੱਲ ਕਰਦੇ। ਸੰਵਿਧਾਨ ਅਮਨ ਪਸੰਦ ਤਰੀਕੇ ਦੇ ਨਾਲ ਚੱਲਣਾ ਪੈਂਦਾ, ਪਰ ਮੈਂ ਮੰਨਦਾ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪੰਜਾਬ ਦੀ ਸਿਆਸਤ ਦਾ ਮਾਹੌਲ ਇਸ ਵੇਲੇ ਪੱਕ ਚੁੱਕਿਆ ਹੈ। 2022 ਦੀਆਂ ਚੋਣਾਂ ਨਜ਼ਦੀਕ ਹੈ, ਜਿਸ ਦੇ ਚੱਲਦਿਆਂ ਹਰ ਕੋਈ ਪਾਰਟੀ ਆਪਣਾ ਜ਼ੋਰ ਲਗਾ ਰਹੀ ਹੈ ਕਿ 2022 ਸਰ ਕਰ ਲਿਆ ਜਾਵੇ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੇਅਦਬੀ ਕਾਂਡ ਨੂੰ ਲੈ ਕੇ ਹਰ ਰੋਜ਼ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ, ਧਰਮ ਯੁੱਧ ਮੋਰਚਾ ਛੇੜਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ, ਗੱਲਬਾਤ ਕਰਦੇ ਆ ਉਹਨਾਂ ਨਾਲ, ਜਾਣਕਾਰੀ ਲੈਂਦੇ ਹਾਂ ਕਿ ਉਹਨਾਂ ਦਾ ਅੱਗੇ ਪਲਾਨ ਕੀ ਹੈ ਰਾਜਨੀਤੀ ਦੇ ਵਿੱਚ। ਜਿਹੜੀਆਂ ਅਸੀਂ ਚੋਣਾਂ ਆ ਰਹੀਆਂ ਉਹਨਾਂ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਆਪਣੀ ਪਾਰਟੀ ਦੇ ਉਮੀਦਵਾਰ ਉਤਾਰਨਗੇ, ਸਭ 'ਤੇ ਚਰਚਾ ਕਰਦੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਸਿੱਧੂ। ਮਾਨ ਸਾਹਿਬ, ਪਹਿਲਾ ਸਵਾਲ ਜੀ, ਕੀ ਤਿਆਰੀਆਂ ਤੁਹਾਡੀ ਪਾਰਟੀ ਦੀਆਂ 2022 ਨੂੰ ਲੈ ਕੇ? ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਆਪੋ ਆਪਣੇ, ਕੁਛ ਪਾਰਟੀਆਂ ਨੇ ਉਮੀਦਵਾਰ ਹਲਕਾ ਇੰਚਾਰਜ ਵੀ ਲਾ ਦਿੱਤੇ, ਤੁਹਾਡੀਆਂ ਕੀ ਤਿਆਰੀਆਂ? ਸਾਡੀ ਇਸ ਵੇਲੇ ਤਾਂ ਕੋਈ ਤਿਆਰੀ ਹੈ ਨਹੀਂ, ਪਰ ਜਿਹੜੇ ਸਾਡੇ ਮਜ਼ਹਬ ਤੇ ਸਿਆਸਤ ਦੇ ਮਸਲੇ ਹੈ, ਜੋ ਇਹ ਸਾਰੀਆਂ ਪਾਰਟੀਆਂ ਪਿੱਛੇ ਛੱਡ ਕੇ ਅੱਗੇ ਨੂੰ ਭੱਜੀਆਂ ਜਾ ਰਹੀਆਂ, ਅਸੀਂ ਉਹਨਾਂ ਦੇ ਉੱਤੇ ਲੱਗੇ ਹਾਂ ਕਿ ਸਾਨੂੰ ਇਨਸਾਫ ਮਿਲੇ। ਜਿਹੜਾ 2015 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਥੇ ਬੇਅਦਬੀਆਂ ਕੀਤੀਆਂ ਗਈਆਂ ਸੀ, 2 ਸਿੰਘ ਸ਼ਹੀਦ ਕਰ ਦਿੱਤੇ ਸੀਗੇ, ਕੋਟਕਪੂਰੇ ਦੇ ਵਿੱਚ ਗੋਲੀ ਚੱਲੀ ਸੀ, ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਿ ਜੇ ਕਾਂਗਰਸ ਲੋਕ ਮੈਨੂੰ ਵੋਟ ਪਾਉਣਗੇ, ਮੈਂ ਚੀਫ ਮਿਨਿਸਟਰ ਬਣੂੰਗਾ ਤੇ ਮੈਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਊਂਗਾ, ਪਰ ਅਜੇ ਤੱਕ ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਉਹਨਾਂ ਦੇ ਸਿਰ ਦੇ ਉੱਤੇ ਦਿੱਲੀ ਨੇ ਬਿਠਾਤਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ। ਇਹਨਾਂ ਨੇ ਵੀ ਮਸਲਾ ਚੱਕਿਆ ਸੀ ਬਰਗਾੜੀ ਦਾ, ਤੇ ਜਿਹੜੀਆਂ ਬੇਅਦਬੀਆਂ ਗੁਰੂ ਸਾਹਿਬ ਦੀਆਂ ਹੋਈਆਂ, ਹੁਣ ਦੇਖਦੇ ਹਾਂ ਕਿ ਇਹਨਾਂ ਦਾ ਰੁਖ ਕੀ ਹੈ ਜਦ ਇਹਨਾਂ ਨੂੰ ਕੁਰਸੀ ਦਿੱਤੀ ਗਈ ਹੈ। ਕਿਉਂ ਕਰਕੇ ਸਾਡਾ ਤਜਰਬਾ ਹੈਗਾ ਕਿ ਜਦੋਂ ਵੀ ਸਿੱਖ ਨੂੰ ਕੋਈ ਗੱਦੀ ਮਿਲ ਜਾਂਦੀ ਹੈ, ਉਹ ਆਪਣੀ ਕੌਮੀਅਤ ਦੇ ਮਸਲੇ ਛੱਡ ਦਿੰਦਾ ਹੈ ਤੇ ਦੂਜੇ ਪਾਸੇ ਲੱਗਿਆ ਰਹਿੰਦਾ, ਤੇ ਉਹ ਮੁਕੰਮਲ ਹੀ ਨਹੀਂ ਹੁੰਦੇ। ਹੁਣ ਦਾਲ ਦਾ ਮਸਲਾ ਹੈਗਾ, ਕਣਕ ਦਾ ਮਸਲਾ ਹੈਗਾ, ਇੰਨੇ ਚਿਰ ਤੋਂ ਲੱਗੇ ਹੋਏ ਹੈ, ਉਹ ਵੀ ਅਜੇ ਤੱਕ ਗਰੀਬਾਂ ਤੱਕ ਪਹੁੰਚ ਨਹੀਂ ਹੋਈ। ਗਰੀਬਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਹੈ। 46 ਲੱਖ ਸਾਡਾ ਨੌਜਵਾਨ ਬੇਰੁਜ਼ਗਾਰ ਹੈਗਾ। ਤਾਂ ਫਿਰ ਸਾਡਾ ਕਹਿਣ ਦਾ ਮਤਲਬ ਹੈ ਕਿ ਜਦੋਂ ਬੁਨਿਆਦੀ ਅਸੂਲ ਅਸੀਂ ਛੱਡ ਗਏ ਹਾਂ, ਜਿਹੜੇ ਹਿੰਦੂਆਂ ਨੇ ਨਹੀਂ ਛੱਡੇ, ਜਦੋਂ ਦੀ ਇਹਨਾਂ ਨੂੰ ਤਾਕਤ ਮਿਲੀ ਹੈ,
ਇਹਨਾਂ ਨੇ ਸਮਝਿਆ ਕਿ ਬਬਰੀ ਮਸਜਿਦ ਦੇ ਥੱਲੇ ਮੰਦਿਰ ਸੀਗਾ। 1992 ਦੇ ਵਿੱਚ LK ਅਡਵਾਨੀ ਤੇ RSS ਨੇ ਬਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ। ਫਿਰ ਪਿਛਲੇ ਸਾਲ ਹੀ ਮੋਦੀ ਸਾਹਿਬ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਗੋਈ ਨੂੰ ਲਾਲਚ ਦੇ ਕੇ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ ਕਿ ਇਹ ਬਬਰੀ ਮਸਜਿਦ ਨਹੀਂ ਹੈ, ਇਹ ਹਿੰਦੂਆਂ ਦਾ ਮੰਦਿਰ ਹੈ, ਅਯੋਧਿਆ ਦਾ। ਉਸ ਦੇ ਬਦਲੇ ਗੋਗੋਈ ਸਾਹਿਬ ਨੂੰ ਰਿਸ਼ਵਤ ਦਿੱਤੀ ਗਈ, ਜਿਹਦਾ ਇਕਰਾਰ ਪਹਿਲਾਂ ਹੋਇਆ ਸੀ। ਉਹ ਅੱਜ ਪਾਰਲੀਮੈਂਟ ਦੇ ਵਿੱਚ ਨੋਮੀਨੇਟਡ ਮੈਂਬਰ ਬਣ ਕੇ ਬੈਠੇ ਹੋਏ ਹੈ। ਤੋ ਮੇਰਾ ਮਤਲਬ ਹੈ ਜਿੰਨਾ ਚਿਰ ਸਾਡੇ ਕੋਲੇ ਰਾਜ ਭਾਗ ਨਹੀਂ ਆਊਗਾ ਉਨਾ ਚਿਰ ਅਸੀਂ ਆਪਣੇ ਮਸਲੇ ਹੱਲ ਨਹੀਂ ਕਰ ਸਕਦੇ। ਹੁਣ ਸਾਡੇ 7 ਮਹੀਨੇ ਹੋ ਗਏ ਹੈ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੈ। ਉਹਨਾਂ 'ਚੋਂ 450 ਸਾਡੇ ਕਿਸਾਨ ਤੇ ਕਿਸਾਨ ਮਜ਼ਦੂਰ ਆਪਣੀ ਦੇਹ ਛੱਡ ਚੁੱਕੇ ਹੈ। ਹੁਣ ਜੇ ਆਪਾਂ ਵੱਖਰੇ ਹੋਈਏ, ਆਪਾਂ ਆਪਣੇ ਬਾਰਡਰ ਪਾਕਿਸਤਾਨ ਦੇ ਨਾਲ ਖੋਲ੍ਹੀਏ। ਪਿਛਲੇ ਸਾਲ ਬਾਸਮਤੀ ਦੀ ਕੀਮਤ ਬਹੁਤ ਘੱਟ ਰਹੀ ਹੈ ਔਰ ਈਰਾਨ ਦੇ ਵਿੱਚ ਇਹਦੀ ਕੀਮਤ ਹੈਗੀ ਹੈ 6000 7000 ਰੁਪਈਆ ਕੁਇੰਟਲ। ਹੁਣ ਸਾਡੇ ਸਿੱਖਾਂ ਦੇ 2 ਕਿੱਤੇ ਹੈ, ਇੱਕ ਤਾਂ ਹੈਗਾ ਕਿਸਾਨੀਅਤ ਅਤੇ ਦੂਜੀ ਹੈਗੀ ਹੈ ਟਰਾਂਸਪੋਰਟ। ਅਤੇ ਜੇ ਬਾਰਡਰ ਖੁੱਲ੍ਹਦੇ ਆ ਅਸੀਂ ਬਾਹਰ ਦੇ ਮੁਲਕਾਂ ਨੂੰ ਆਪਣੇ ਬੱਚਿਆਂ ਨੂੰ ਟਰਾਂਸਪੋਰਟ 'ਤੇ ਲਾਈਏ। ਸਾਡੀਆਂ ਜਿਨਸਾਂ ਈਰਾਨ, ਤੁਰਕੀ, ਚੀਨ ਦੇ ਵਿੱਚ ਅੱਜ ਕੱਲ੍ਹ ਫੇਰ ਕਣਕ ਦੀ ਕਮੀ ਹੋ ਗਈ ਹੈ, ਪਾਕਿਸਤਾਨ ਦੇ ਵਿੱਚ ਕਮੀ ਹੋ ਗਈ ਹੈ ਕਣਕ ਦੀ। ਆਪਾਂ ਉੱਧਰ ਕਿਉਂ ਨਹੀਂ ਭੇਜ ਸਕਦੇ? ਸਿਰਫ ਹਿੰਦੂਤਵਾ ਨੂੰ ਫਾਇਦਾ ਕਿਉਂ ਪਹੁੰਚ ਰਿਹਾ ਹੈ, ਅੰਬਾਨੀ ਨੂੰ, ਸਾਰਿਆਂ ਨੂੰ, ਕਿ ਉਹਨਾਂ ਦੇ ਲਈ ਤਾਂ ਵਪਾਰ ਸਾਰੇ ਖੋਲ੍ਹ ਦਿੱਤੇ ਹੈ। ਆ ਜਿਹੜੇ ਰਫੇਲ ਹਵਾਈ ਜਹਾਜ਼ ਲਏ ਹੈ ਉਹਨਾਂ ਦਾ ਵੀ ਫਾਇਦਾ ਇਹਨਾਂ ਨੂੰ ਪਹੁੰਚ ਗਿਆ ਹੈ। ਅਤੇ ਸਾਡੇ ਕਿਸਾਨਾਂ ਦੀ ਅਤੇ ਖੇਤ ਮਜ਼ਦੂਰਾਂ ਦੀ ਗੱਲ ਸੁਣਨ ਦੇ ਲਈ ਇਹ BJP ਅਤੇ RSS ਕਿਉਂ ਉੱਥੇ ਤੰਗ ਆਈ ਹੋਈ ਹੈ, ਜਦ ਕਿ ਸੰਵਿਧਾਨਕ ਤੌਰ ਦੇ ਉੱਤੇ ਸੈਂਟਰ ਕਿਸਾਨੀਅਤ ਦੇ ਉੱਤੇ ਕੋਈ ਵੀ ਆਪਣਾ ਕਾਨੂੰਨ ਪਾਸ ਨਹੀਂ ਕਰ ਸਕਦੀ। ਇਹ ਹੱਕ ਸਟੇਟ ਸਬਜੈਕਟ ਹੈ ਅਤੇ ਸਿਰਫ ਸਟੇਟ ਕਿਸਾਨੀ ਦੇ ਉੱਤੇ ਆਪਣੇ ਕਾਨੂੰਨ ਪਾਸ ਕਰ ਸਕਦੀ ਹੈ, ਸੈਂਟਰ ਨਹੀਂ ਕਰ ਸਕਦਾ। ਜਿਵੇਂ ਹੁਣ ਪੰਜਾਬ ਦਾ ਚੀਫ ਮਿਨਿਸਟਰ ਪਾਕਿਸਤਾਨ ਦੇ ਵਿੱਚ ਆਪਣਾ ਅੰਬੈਸਡਰ ਥੋੜ੍ਹੀ ਲਾ ਸਕਦਾ। ਇਸੇ ਤਰ੍ਹਾਂ ਸੈਂਟਰ ਖੇਤੀਬਾੜੀ ਦੇ ਉੱਤੇ ਕੋਈ ਕਾਨੂੰਨ ਨਹੀਂ ਪਾਸ ਕਰ ਸਕਦੀ। ਹੁਣ ਸਾਰਾ ਕੁਝ ਜਦੋਂ ਕਾਨੂੰਨ ਦੇ ਬਾਹਰ, ਸੰਵਿਧਾਨ ਦੇ ਬਾਹਰ ਜਾ ਰਿਹਾ ਹੈ ਅਤੇ ਅਜੇ ਵੀ ਆਪਾਂ ਨੂੰ ਇਹ ਇਨਸਾਫ ਨਹੀਂ ਮਿਲ ਰਿਹਾ, ਤਾਂ ਫਿਰ ਇਹ ਸਾਰੀ ਲੋਕਾਂ ਨੂੰ ਸੋਚਣ ਦੀ ਗੱਲ ਹੈ। ਕਿਉਂ ਕਰਕੇ ਲੋਕ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਹੈ, ਜਿੱਦਣ ਬਣਾ ਲੈਂਦੇ ਹੈ ਅਗਲੇ ਦਿਨ ਫੇਰ ਸੜਕਾਂ 'ਤੇ ਆ ਜਾਂਦੇ ਆ ਕਿ ਜੀ ਸਾਨੂੰ ਆਹ ਦਿਓ, ਆਹ ਦਿਓ, ਆਹ ਦਿਓ। ਪਹਿਲਾਂ ਲੋਕ ਕਿਉਂ ਨਹੀਂ ਫੈਸਲਾ ਕਰਦੇ ਕਿ ਆਹ ਪਾਰਟੀ ਹੈ ਸਾਡੀ, ਜਿਹੜੀ ਦਿੱਲੀ ਤੋਂ ਆਵਾਜ਼ ਨਹੀਂ ਆਉਂਦੀ ਇਹਨਾਂ ਨੂੰ। ਅੱਜ ਕਾਂਗਰਸ ਨੂੰ ਆਵਾਜ਼ ਦਿੱਲੀ ਤੋਂ ਆ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਉਹਦੀ ਪ੍ਰਧਾਨਗੀ ਦੀ ਕਸਮ ਦੇ ਉੱਤੇ ਸਿੱਧੂ ਸਾਹਿਬ ਦੀ ਨਹੀਂ ਜਾਊਂਗਾ। ਅੱਜ ਦਿੱਲੀ ਨੇ ਕਹਿਤਾ ਕਿ ਕੈਪਟਨ ਸਾਹਿਬ ਤੁਸੀਂ ਜਾਓਗੇ, ਸੋ ਕੈਪਟਨ ਸਾਹਿਬ ਅੱਜ ਜਾ ਰਹੇ ਹੈ। ਹੁਣ ਸਾਰੇ ਪਹਿਲਾਂ MLA ਆਪਣੇ ਗਿੱਲ ਹੋਣੀ ਕਈ ਸੀਗੇ, ਉਹ ਕਹਿੰਦੇ ਸੀ ਅਸੀਂ ਤਾਂ ਜੀ ਕੈਪਟਨ ਸਾਹਿਬ ਦੇ ਵਫਾਦਾਰ ਹੈ। ਹੁਣ ਕੀ ਕਹਿੰਦੇ ਹੈ? ਕਹਿੰਦੇ ਜੀ ਦਿੱਲੀ ਤੋਂ ਹੁਕਮ ਆ ਗਿਆ, ਫਿਰ ਅਸੀਂ ਕੀ ਕਰੀਏ, ਅਸੀਂ ਤਾਂ ਹੁਣ ਸਿੱਧੂ ਸਾਹਿਬ ਨਾਲ ਚਲੇ ਗਏ ਹਾਂ। ਮੇਰਾ ਮਤਲਬ ਆਮ ਪਾਰਟੀ ਦੇ ਵਿੱਚ ਵੀ ਜੇ ਟਿਕਟ ਲੈਣੀ ਹੋਊਗੀ ਕੇਜਰੀਵਾਲ ਕੋਲੇ ਦਿੱਲੀ ਚਲੇ ਜਾਓ, BJP ਨਾਲ ਗੱਲ ਕਰਨੀ ਹੋਏ ਦਿੱਲੀ ਚਲੇ ਜਾਓ। ਅਸੀਂ ਜਦੋਂ ਦਿੱਲੀ ਦੇ ਅਧੀਨ ਨਹੀਂ ਹੈਗੇ ਤਾਂ ਫਿਰ ਸਾਰੇ ਆਰਡਰ ਉੱਥੋਂ ਆਉਂਦੇ ਹੈ। ਅਤੇ ਜਿਹੜੇ ਬੰਦੇ ਕਹਿੰਦੇ ਸੀ ਸੰਤ ਜਰਨੈਲ ਸਿੰਘ ਨੂੰ ਕਿ ਅਸੀਂ ਤੇਰੇ ਨਾਲ ਸ਼ਹੀਦੀ ਦੇਵਾਂਗੇ, ਉਹ ਹੁਣ ਕਹਿੰਦੇ ਆ ਜੀ ਅਸੀਂ ਕੀ ਕਰੀਏ, ਦਿੱਲੀ ਤੋਂ ਹੁਕਮ ਆ ਗਿਆ। ਮਾਨ ਸਾਹਿਬ, ਹੱਲ ਕੀ ਹੈ ਇਸ ਮਸਲੇ ਦਾ? ਦਿੱਲੀ ਤੋਂ ਹੁਕਮ ਆਉਣਾ ਕਿਵੇਂ ਬੰਦ ਹੋਊ? ਤੁਸੀਂ ਚੋਣਾਂ ਲੜੀਆਂ ਸੀ, ਲੋਕਾਂ ਨੇ ਬਹੁਤ ਵੱਡੀ ਬਹੁਮਤ ਦਿੱਤੀ ਸੀ, ਤੁਹਾਨੂੰ ਬੜਾ ਪਿਆਰ ਦਿੱਤਾ ਸੀ, ਤੁਹਾਡੇ ਤੋਂ ਵੀ ਕਿਤੇ ਨਾ ਕਿਤੇ ਸਾਂਭਿਆ ਨਹੀਂ ਗਿਆ। ਦੇਖੋ, ਇੰਡੀਆ ਦੇ ਖਿਲਾਫ ਲੜਨਾ ਬਹੁਤ ਮੁਸ਼ਕਲ ਹੁੰਦਾ ਹੈ। ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਅਤੇ ਇਹਦੀਆਂ ਬਾਹਾਂ ਵੀ ਬਹੁਤ ਲੰਬੀਆਂ। ਇਹਨਾਂ ਨੇ ਮੇਰੇ ਵੀਜ਼ੇ ਅਮਰੀਕਾ ਦੇ, ਕੈਨੇਡਾ ਦੇ, ਵਿਲਾਇਤ ਦੇ ਬੰਦ ਕੀਤੇ ਹੋਏ ਹੈ।
ਤੇ ਮੇਰੇ ਤੇ ਮੁਕੱਦਮੇ ਵੀ ਬੜੇ ਕੀਤੇ ਹੈ, ਦੇਸ਼ ਧਰੋਹ ਦੇ, ਸਾਰਾ ਕੁਛ ਹੈ। ਤੇ ਸਾਡੇ ਲੋਕਾਂ ਨੂੰ ਇਹਨਾਂ ਨੇ ਡੀਮੋਰਲਾਈਜ਼ ਕੀਤਾ। ਜੇ ਨਵੇਂ ਮੁੰਡੇ ਸਾਡੇ ਆਉਂਦੇ ਹੈ ਤੇ ਬਾਦਲ ਦੀਆਂ, ਕਾਂਗਰਸ ਦੀਆਂ ਟੀਮਾਂ ਚਲੀਆਂ ਜਾਂਦੀਆਂ ਉਹਨਾਂ ਦੇ ਘਰਾਂ 'ਚ, ਉਹਨਾਂ ਦੇ ਬਜ਼ੁਰਗਾਂ ਨੂੰ ਕਹਿੰਦੀਆਂ ਕਿ ਪਿਛਲੀ ਵਾਰੀ ਤਾਂ ਅਸੀਂ ਤੁਹਾਡੇ ਬੱਚੇ ਛੁਡਾਤੇ ਸੀ, ਹੁਣ ਜੇ ਇਹ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਜਾਓਗੇ ਤਾਂ ਉਹ ਪੁਲਿਸ ਨੇ ਫੜ ਲਿਆ, ਫਿਰ ਅਸੀਂ ਛੁਡਾਉਣਾ ਨਹੀਂ ਹੈ। ਸੋ ਜਿਹੜਾ ਡਰ ਪੈਦਾ ਕੀਤਾ ਹੋਇਆ ਸਿੱਖ ਕੌਮ ਦੇ ਅੰਦਰ, ਉਹ ਇੱਕ ਬਹੁਤ ਗੰਭੀਰ ਮਸਲਾ ਹੈ ਜਿਹੜਾ ਕੋਈ ਸੋਚਦਾ ਨਹੀਂ ਹੈ ਤੇ ਨਾ ਸਾਨੂੰ ਇਨਸਾਫ ਮਿਲਦਾ ਹੈ। ਬਲੂ ਸਟਾਰ ਦੇ ਵਿੱਚ ਜਦੋਂ ਹਮਲੇ ਹੋਏ ਹੈ ਫੌਜ ਦੇ, ਰੂਸ ਦੀ ਫੌਜ ਬਰਤਾਨੀਆ ਤੇ ਇੰਡੀਆ ਦੇ ਨੇ ਕੀਤੇ ਹੈ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਚੁਰਾ ਕੇ ਲੈ ਗਏ ਹੈ, ਤੋਸ਼ੇਖਾਨੇ 'ਚੋਂ ਖਜ਼ਾਨੇ ਕੱਢ ਕੇ ਲੈ ਗਏ ਹੈ। ਹੁਣ ਜਿਹੜੀ ਕੌਮ ਦੀ ਲਾਇਬ੍ਰੇਰੀ ਖਤਮ ਕੀਤੀ ਜਾਵੇ, ਉਹਦੇ ਵਿੱਚ ਕੌਮ ਦੀ ਯਾਦਆਸ਼ਤ ਹੁੰਦੀ ਹੈ। ਹੁਣ ਕੌਮ ਦੀ ਯਾਦਆਸ਼ਤ ਹੀ ਮਾਰ ਦੇਣੀ ਇੰਡੀਆ ਨੇ, ਇਹ ਤਾਂ ਬਹੁਤ ਗੰਭੀਰ ਦੋਸ਼ ਹੈ। ਪਰ ਇਹਦੇ ਉੱਤੇ ਅਜੇ ਤੱਕ ਆਪਾਂ ਆਉਂਦੇ ਨਹੀਂ ਕਿ ਸਾਡੇ ਨਾਲ ਕੀ ਜ਼ਬਰ ਕੀਤਾ, ਅਜੇ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਹੁਣ ਕਲਕੱਤੇ ਜਾ ਕੇ 2 ਨੌਜਵਾਨ ਮੁੰਡੇ ਕੈਪਟਨ ਸਾਹਿਬ ਦੀ ਸਰਕਾਰ ਨੇ ਉੱਥੇ ਮਰਵਾਤੇ। ਹੁਣ ਉੱਥੇ ਜਾ ਕੇ ਝੂਠੇ ਮੁਕਾਬਲੇ ਕਰਦੇ ਨੇ, ਕੋਈ ਪਾਰਟੀ ਉਹਦੇ 'ਤੇ ਖੜੀ ਨਹੀਂ ਹੋਈ, ਸਿਰਫ ਸਾਡੀ ਪਾਰਟੀ ਖੜੀ ਹੋਈ ਹੈ ਕਿ ਤੁਸੀਂ ਕਿਸੇ ਨੂੰ ਅਦਾਲਤ ਤੋਂ ਬਗੈਰ ਕਿਸੇ ਨੂੰ ਫਾਂਸੀ ਜਾਂ ਮਾਰਨ ਦਾ ਹੁਕਮ ਨਹੀਂ ਦੇ ਸਕਦੇ। ਤੇ ਅਸੀਂ ਗੌਰਮੈਂਟ ਦੇ ਖਿਲਾਫ ਜਿੰਨਾ ਵੀ ਜ਼ੁਲਮ ਹੋਇਆ, ਹੁਣ ਸਾਨੂੰ ਕਹਿੰਦੇ ਕਿ ਜੀ ਕਣਕ ਨਾ ਬੀਜੋ, ਝੋਨਾ ਨਾ ਬੀਜੋ, ਤੁਸੀਂ ਹੋਰ ਕੁਝ ਬੀਜੋ। ਹੁਣ ਅਸੀਂ ਬੀਜਤੀ ਮੱਕੀ, ਉਹਦੇ 'ਤੇ MSP ਵੀ ਨਹੀਂ ਮਿਲ ਰਹੀ। ਹੁਣ ਨਾ ਤਾਂ ਬਾਦਲ ਸਾਹਿਬ ਬੋਲਦਾ, ਨਾ ਕੋਈ ਇਹ ਕੈਪਟਨ ਸਾਹਿਬ ਬੋਲਦਾ, ਨਾ ਕੋਈ ਕੁਛ ਬੋਲਦਾ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਬੋਲ ਰਹੀ ਹੈ। ਤੇ ਜੇ ਸਾਨੂੰ ਵੋਟ ਨਹੀਂ ਦੇਣੀ, ਫਿਰ ਤੁਸੀਂ ਸਮਝ ਸਕਦੇ ਹੋ ਕਿ ਮੁੱਦੇ ਤਾਂ ਅਸੀਂ ਚੱਕਦੇ ਹਾਂ ਸਾਰੇ। ਮੁੱਦੇ ਤੁਸੀਂ ਉਠਾਉਣੇ ਆ, ਤੁਸੀਂ ਖਾਲਿਸਤਾਨ ਦਾ ਮੁੱਦਾ ਵੀ ਉਠਾਉਣੇ ਆ। ਕੀ ਤੁਸੀਂ ਆਪਣੇ ਘਰ ਦੀ ਹੁਣ ਵੀ ਗੱਲ ਕੀਤੀ, ਕਿਵੇਂ ਖਾਲਿਸਤਾਨ ਮਿਲਣਾ, ਕੀ ਪ੍ਰਾਪਤੀ ਉਸਦੇ, ਕੀ ਖਾਲਿਸਤਾਨ ਮਿਲਣਾ? ਹੁਣ ਜਿਵੇਂ ਤੁਸੀਂ ਵੋਟਾਂ ਦੀ ਵੀ ਗੱਲ ਕੀਤੀ ਹੈ ਕਿ ਹਾਲੇ ਸਾਡੀ ਤਿਆਰੀ ਨਹੀਂ, ਤਾਂ ਫਿਰ ਇਹ ਚੀਜ਼ ਹਾਸਲ ਕਿਵੇਂ ਹੋਊਗੀ? ਇਹਦੇ ਬਾਰੇ ਵੀ ਤਾਂ ਪਤਾ ਲੱਗੇ। ਇਕੱਲੀ ਗੱਲ ਕਰਨਾ, ਨਾਮ ਲੈਣਾ ਤਾਂ ਨਹੀਂ ਕੋਈ ਬਣਨਾ। ਨਹੀਂ, ਮੈਂ ਨਹੀਂ ਕਿਹਾ ਕਿ ਸਾਡੀ ਤਿਆਰੀ ਨਹੀਂ, ਮੈਂ ਕਿਹਾ ਕਿ ਇਹ ਸਾਰੇ ਮਸਲੇ ਅਸੀਂ ਕਰ ਰਹੇ ਹੈ। ਅੱਜ ਬਰਗਾੜੀ ਦਾ ਵੀ ਹੈਗਾ ਜਿਹੜਾ ਹੋਰ ਕਿਸੇ ਨੇ ਨਹੀਂ ਚੱਕਿਆ ਹੈਗਾ। ਤੇ ਖਾਲਿਸਤਾਨ ਇਹ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਹਾਸਲ ਹੋਊਗਾ, ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਇਹ ਹੋਊਗਾ। ਇਹ ਇੱਕ ਬਹੁਤ ਵੱਡੀ ਚੀਜ਼ ਹੋਊਗੀ, ਕਿਉਂ ਕਰਕੇ ਅੱਜ ਅਸੀਂ, ਜੇ ਬਰਤਾਨੀਆ ਦਾ ਰਾਜ ਨਹੀਂ ਹੈ, ਬਰਤਾਨੀਆ ਦੇ ਰਾਜ ਦੇ ਵਿੱਚ ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਗੁਲਾਮ ਸੀ ਤੇ ਸਿੱਖ ਵੀ ਗੁਲਾਮ ਸੀ। ਸਾਡੀਆਂ 3 ਕੌਮਾਂ ਦੇ ਵਿੱਚ ਬਰਾਬਰਤਾ ਸੀ। ਪਰ 1947 ਦੇ ਵਿੱਚ ਹਿੰਦੂ ਆਜ਼ਾਦ ਹੋ ਗਿਆ, ਮੁਸਲਮਾਨ ਪਾਕਿਸਤਾਨ ਨਾਲ ਆਜ਼ਾਦ ਹੋ ਗਿਆ। ਜਿਹੜਾ ਸਿੱਖ ਪਾਕਿਸਤਾਨ 'ਚ ਹੈ, ਅੱਜ ਉਹ ਮੁਸਲਮਾਨ ਦੇ ਗੁਲਾਮ ਹੈ। ਜਿਹੜਾ ਇੰਡੀਆ 'ਚ ਸਿੱਖ ਹੈ, ਉਹ ਹਿੰਦੂ ਦੇ ਗੁਲਾਮ ਹੈ। ਤੇ ਆਜ਼ਾਦੀ ਲੈਣੀ ਇੱਕ ਬਹੁਤ ਵੱਡੀ ਚੀਜ਼ ਹੈ ਕੌਮੀਅਤ ਦੇ ਲਈ। ਜਦੋਂ ਗੁਰੂ ਨਾਨਕ ਸਾਹਿਬ ਨੇ ਕਹਿਤਾ ਕਿ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ, ਇਸੇ ਹੁਕਮ ਦੇ ਨਾਲ ਉਹਨਾਂ ਨੇ ਇੱਕ ਨਵਾਂ ਧਰਮ ਵੀ ਖੜਾ ਕਰਤਾ, ਇੱਕ ਨਵੀਂ ਕੌਮ ਵੀ ਖੜੀ ਕਰਤੀ। ਤੇ 10ਵੇਂ ਪਾਤਸ਼ਾਹ ਨੇ ਹੁਕਮ ਦਿੱਤਾ, ਇਨ ਗਰੀਬ ਸਿੱਖੋਂ ਕੋ ਦੋ ਬਾਦਸ਼ਾਹੀ। ਸੋ ਮੇਰਾ ਮਤਲਬ ਹੈ ਕਿ ਜਿੰਨਾ ਚਿਰ ਸਾਡਾ ਅਲੱਗਾ ਮੁਲਕ ਨਹੀਂ ਪੈਦਾ ਹੁੰਦਾ, ਸਾਨੂੰ ਤਾਂ ਐਵੇਂ ਇਹ 3 ਜਿਹੜੇ ਵੱਡੇ ਮੁਲਕ ਹੈ, ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚੀਨ, ਹਿੰਦੂ ਇੰਡੀਆ, ਇਹਨਾਂ ਕੋਲੇ ਪਰਮਾਣੂ ਹਥਿਆਰ ਹੈਗੇ ਆ। ਤਿੰਨਾਂ ਦੀ ਇੱਟ ਕੁੱਤੇ ਦੇ ਵੈਰ ਆਪਸ ਦੇ ਵਿੱਚ। ਜਿੱਦਣ ਜੰਗ ਲੱਗ ਗਿਆ, ਜੰਗੇ ਮੈਦਾਨ ਤਾਂ ਸਾਡਾ ਪੰਜਾਬ ਤੇ ਸਿੱਖ ਵਸੋਂ ਵਾਲੇ ਤੇ ਪੰਜਾਬ ਵਸੋਂ ਵਾਲੇ ਇਲਾਕੇ ਹੋਣਗੇ, ਸਾਡਾ ਬੀਜ ਤਾਂ ਨਾਸ ਹੋ ਜਾਊਗਾ। ਪਰ ਜੇ ਸਿੱਖ ਬਫਰ ਸਟੇਟ ਬਣਦੀ ਹੈ ਤਾਂ ਫਿਰ ਇਹ ਦੁਸ਼ਮਣੀ 3 ਮੁਲਕਾਂ 'ਚ ਘਟਦੀ ਹੈ ਤੇ ਜੰਗ ਫਿਰ ਇਹਨਾਂ ਤਿੰਨਾਂ ਦੇ ਵਿੱਚ ਨਹੀਂ ਲੱਗ ਸਕਦਾ ਹੈਗਾ। ਮਾਨ ਸਾਹਿਬ, ਤੁਹਾਡੇ ਤੇ ਇੱਕ ਇਲਜ਼ਾਮ ਲੱਗਦਾ ਰਹਿੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਧਿਆਨ ਵੀ, ਕਿ ਜਦੋਂ ਮਾਨ ਸਾਹਿਬ ਖਾਲਿਸਤਾਨ ਦੀ ਗੱਲ ਇਸੇ ਕਰਕੇ ਕਰਦੇ ਆ ਕਿ ਵਿਦੇਸ਼ਾਂ ਵਿੱਚੋਂ ਡਾਲਰ ਕਮਾਉਣ ਮਾਰੇ, ਕੀ ਸੱਚਾਈ ਹੈ ਇਹਦੀ? ਜੇ ਮੈਂ ਡਾਲਰ ਕਮਾਉਣੇ ਹੁੰਦੇ, ਮੈਂ IPS ਨੂੰ ਕਿਉਂ ਠੁੱਡਾ ਮਾਰਦਾ? ਮੈਂ ਜੇ BJP 'ਚ ਚਲਿਆ ਜਾਂਦਾ, ਪਹਿਲਾਂ ਵੀ ਮੈਨੂੰ ਕਹਿੰਦੇ ਸੀ ਚੀਫ ਮਿਨਿਸਟਰ ਬਣ ਜਾ, ਤੇ ਮੈਂ ਉੱਧਰਲੇ ਪਾਸੇ ਕਿਉਂ ਨਹੀਂ ਆਪਣੀ ਪਲਾਂਗ ਪੱਟਦਾ? ਪੈਸੇ ਵਾਲੇ ਪਾਸੇ ਕਿਉਂ ਨਹੀਂ ਪੱਟ ਰਿਹਾ?
ਜੇ ਮੈਨੂੰ ਡਾਲਰ ਹੀ ਆਉਂਦੇ ਆ ਤੇ ਫਿਰ ਇਹ ਮੈਨੂੰ ਪਲਾਂਗ ਉੱਧਰਲੇ ਪਾਸੇ ਪੱਟਣੀ ਚਾਹੀਦੀ ਹੈ। ਇੱਧਰ ਇਹ ਜਿਹਨੂੰ ਵੋਟ ਨਹੀਂ ਪੈਂਦੀ, ਤੁਸੀਂ ਆਪ ਹੀ ਕਹਿੰਦੇ ਹੋ, ਤੇ ਜਿਹਨੂੰ ਵੋਟ ਨਹੀਂ ਪੈਂਦੀ ਉਹਨੂੰ ਡਾਲਰ ਕੌਣ ਦਊਗਾ? ਤੇ ਮੈਂ ਚੰਗੇ ਘਰ ਦਾ, ਮੇਰਾ ਖਰਚਾ ਹੈਗਾ, ਮੈਂ ਕਰੀ ਚੱਲਦਾ। ਜਿਹੜੀ ਮੇਰੀ ਆਮਦਨ ਹੈ, ਲੋਕ ਥੋੜ੍ਹਾ ਬਹੁਤਾ ਪੈਸਾ ਦਿੰਦੇ ਹੈ ਤੇ ਉਹਦੇ ਨਾਲ ਗੱਡਾ ਰਿੜੀ ਜਾਂਦਾ ਹੈ। ਇੱਕ ਹੋਰ ਗੱਲ ਚੱਲਦੀ ਹੈ ਕਿ ਜਿਹੜਾ ਹੁਣ ਵੀ ਜਿਹੜਾ ਤੁਸੀਂ ਮੁੱਦਾ ਉਠਾਇਆ, ਬੜੀ ਲੇਟ ਉਠਾਇਆ, ਤੇ ਇਹ ਵੀ ਕਿਤੇ ਨਾ ਕਿਤੇ ਕਹਿੰਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਪਤਾ ਨਹੀਂ, ਕਹਿੰਦੇ ਕੋਈ ਤੁਹਾਡੀ ਰਿਸ਼ਤੇਦਾਰੀ ਆ, ਬਸ ਉਹਨਾਂ ਨਾਲ ਹੁਣ ਸਿਰਫ ਮਸਲੇ ਨੂੰ ਉਹਨਾਂ ਕੀ ਉਭਾਰ ਰਹੇ ਹੋ ਜਿੰਨਾ ਕਿ ਨਹੀਂ ਸਰਦਾ, ਵੀ ਬਚਾਇਆ ਵੀ ਜਾ ਸਕੇ ਤੇ ਮਸਲਾ ਵੀ ਉਠਾਇਆ ਜਾਵੇ। ਨਾ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਬਚਾ ਦੂੰਗਾ? ਉਹ ਕਾਂਗਰਸ ਪਾਰਟੀ ਦੇ ਹੈ, ਮੈਂ ਅਕਾਲੀ ਦਲ ਅੰਮ੍ਰਿਤਸਰ ਦਾ ਹੈ, ਤੇ ਕਾਂਗਰਸ ਪਾਰਟੀ ਨੇ ਤਾਂ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਹੈ, ਤੇ ਮੈਂ ਉਹਨਾਂ ਦੇ ਨਾਲ ਲੱਗ ਕੇ ਕੀ ਇਹ ਮੈਂ ਕਮਾ ਲੂੰਗਾ? ਤੁਸੀਂ ਆਪ ਦੱਸੋ ਕਿ ਤੁਸੀਂ ਕੁਛ ਦੇਖਿਆ ਮੇਰੀ ਕਮਾਈ? ਕੋਈ ਮੈਂ ਉਹ ਰੇਤ ਕੱਢੀ ਹੋਵੇ, ਜਾਂ ਕੋਈ ਇਹ ਬਾਦਲਾਂ ਵਰਗਣ ਇਹ ਚਿੱਟਾ ਵੇਚਿਆ ਹੋਵੇ, ਜਾਂ ਹੋਰ ਕੁਛ ਕੋਈ ਦੋਸ਼ ਇਹੋ ਜਿਹੇ ਲੱਗੇ ਹੈ, ਜਾਂ ਮੇਰੀ ਟਰਾਂਸਪੋਰਟ ਵੱਡੀ ਚੱਲਦੀ ਹੋਵੇ? ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੱਗ ਕੇ ਕੁਛ ਦੱਸੋ ਤਾਂ ਸਹੀ ਨਾ। ਐਵੇਂ ਕਹਿ ਦੇਣਾ ਜੀ ਕਿ ਅਮਰਿੰਦਰ ਸਿੰਘ ਕਰਕੇ ਹੈਗਾ, ਤਾਂ ਮੇਰਾ ਮਤਲਬ ਜਿਹੜਾ ਮਸਲਾ ਹੈਗਾ ਬਰਗਾੜੀ ਦਾ, ਉਹ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪ ਸ਼ੁਰੂ ਕੀਤਾ ਸੀ। ਉਹਨਾਂ ਨੇ ਗੁਟਕਾ ਛੱਕ ਕੇ ਸਹੁੰ ਚੱਕੀ ਸੀ ਕਿ ਜੇ ਮੈਨੂੰ ਤੁਸੀਂ ਵੋਟਾਂ ਦਿਓਗੇ ਤੇ ਮੈਂ ਇਹਨਾਂ ਮਲੱਪਾਂ ਨੂੰ ਗ੍ਰਿਫਤਾਰ ਕਰ ਦੂੰਗਾ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ। ਆਹੀ ਹੈ, ਤੇ ਉਹਨਾਂ ਦੇ ਬਚਨ ਦੇ ਖਿਲਾਫ ਅਸੀਂ ਮੋਰਚਾ ਲਾਇਆ ਹੈ। ਫਿਰ ਤੁਸੀਂ ਦੋਨਾਂ ਨੂੰ ਕਿਵੇਂ ਐ ਸੰਗਲੀ 'ਚ ਵਲੇਟ ਲਿਆ? ਜਿਹੜੇ ਬੰਦੇ ਨੇ ਕਿਹਾ ਕਿ ਮੈਂ ਇਨਸਾਫ ਦੇਵਾਂਗਾ ਤੇ ਉਹਦੇ ਖਿਲਾਫ ਮੋਰਚਾ ਲੱਗ ਜੇ, ਤੇ ਇਹ ਫਿਰ ਸੰਗਲੀ ਕਿਵੇਂ ਮਾਨ ਤੇ ਇਹ ਅਮਰਿੰਦਰ ਦੀ ਜੁੜੂਗੀ? ਇੱਕ ਗੱਲ ਮਾਨ ਸਾਹਿਬ ਹੋਰ ਹੈ ਕਿ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਕੋਈ ਕਾਮਯਾਬ ਨਹੀਂ ਹੋਈ। ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਜੇ ਅਸੀਂ ਕਹੀਏ, ਜਦੋਂ ਦਿੱਲੀ ਤੋਂ ਹੀ ਹੁਕਮ ਆਉਂਦੇ ਆ, ਤੁਸੀਂ ਵੀ ਗੱਲ ਕਹੀ, ਉਹ ਵੀ ਬੀਜੇਪੀ ਨਾਲ ਸੀਗੇ ਪਹਿਲਾਂ, ਹੁਣ ਪਾਸੇ ਹੋ ਗਏ ਆ। ਕੀ ਹੱਲ ਹੈ? ਪੰਜਾਬ ਦੀ ਖੇਤਰੀ ਪਾਰਟੀ ਕਿਉਂ ਨਹੀਂ ਕਾਮਯਾਬ ਹੋ ਰਹੀ? ਇਹਦੇ ਪਿੱਛੇ ਕੀ ਕਾਰਨ? ਕਿਉਂ ਕਰਕੇ ਇਹ ਸਾਰੇ ਦਿੱਲੀ ਦੇ ਅਧੀਨ ਚੱਲਦੇ ਹੈ, ਇਸ ਕਰਕੇ ਕਾਮਯਾਬ ਨਹੀਂ ਹੁੰਦੇ। ਇਹ ਲੋਕਾਂ ਦੀ ਜੜ ਨੂੰ ਨਹੀਂ ਫੜਦੇ, ਉਹਨਾਂ ਦੇ ਮਸਲਿਆਂ ਨੂੰ ਨਹੀਂ ਫੜਦੇ। ਜਿਵੇਂ ਅਸੀਂ ਹੁਣੇ ਤੁਹਾਨੂੰ ਕਿਹਾ 46 ਲੱਖ ਬੇਰੁਜ਼ਗਾਰ ਹੈ, ਸਾਡੀ ਟਰਾਂਸਪੋਰਟ ਹੈ, ਸਾਡਾ ਇਹ ਖੇਤੀਬਾੜੀ ਹੈ, 2 ਸਾਡੇ ਖਿੱਤੇ ਨੇ, ਤੇ ਜੇ ਸਾਡੇ ਬਾਰਡਰ ਖੁੱਲ੍ਹ ਜਾਣ, ਅਸੀਂ ਸਾਰਿਆਂ ਨੂੰ ਟਰਾਂਸਪੋਰਟ ਤੇ ਖੇਤੀਬਾੜੀ ਦੇ ਵਿੱਚ ਅੰਦਰ ਕਰ ਲਾਂਗੇ ਤੇ ਸਾਰੀ ਬੇਰੁਜ਼ਗਾਰੀ ਖਤਮ ਹੋ ਜੂਗੀ, ਤੇ ਸਾਡੇ ਸਕੂਲ ਵੀ ਵਧੀਆ ਚੱਲਣਗੇ, ਕਾਲਜਸ ਵੀ ਚੱਲਣਗੇ। ਅੱਜ ਸਾਡੇ ਉੱਤੇ ਹਿੰਦੀ ਲਾ ਦਿੱਤੀ ਹੈ। ਤੁਸੀਂ ਚੰਡੀਗੜ੍ਹ ਦੇਖਦੇ ਹੋ ਕਿ ਇਹਦੀ ਤਕਸੀਮ ਹੋਈ ਹੈ 40-60 ਦੇ ਨਾਲ, ਤੇ ਕਿਤੇ PGI ਯੂਨੀਵਰਸਿਟੀ ਚਲੇ ਜੋ, ਪੰਜਾਬੀ ਦੇ ਵਿੱਚ ਤਾਂ ਲਿਖਤ ਹੀ ਹੈ ਨਹੀਂ ਕਿਤੇ ਵੀ। ਮੇਰਾ ਕਹਿਣ ਦਾ ਮਤਲਬ, ਜਦੋਂ ਇਹਨਾਂ ਨੇ ਆਪਣੇ ਕੌਮ ਦਾ, ਆਪਣੇ ਸੂਬੇ ਦਾ ਅਗਵਾਈ ਨਹੀਂ ਕਰਨੀ, ਤੇ ਇਸੇ ਕਰਕੇ ਅੱਗੇ ਚੱਲਦੇ ਨਹੀਂ ਹੈ। ਤੁਸੀਂ ਗੱਲ ਖਾਲਿਸਤਾਨ ਦੀ ਤੇ ਸਿੱਖਾਂ ਦੀ ਕਰਦੇ ਹੋ। ਪੰਜਾਬ ਦੇ ਵਿੱਚ ਵੋਟ ਸ਼ੇਅਰ 38% ਦੇ ਕਰੀਬ ਹਿੰਦੂਆਂ ਦਾ ਵੀ ਹੈ, ਤੇ 38% ਵੋਟ ਨੂੰ ਪਾਸੇ ਰੱਖ ਕੇ ਬਾਕੀ ਨਾਲ ਚੋਣ ਕਿਵੇਂ ਜਿੱਤ ਸਕਦੀ ਹੈ ਕੋਈ ਵੀ ਪਾਰਟੀ ਜੇ ਇੱਕ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਚੱਲਦੀ? ਨਹੀਂ ਸਿੱਧੂ ਸਾਹਿਬ, ਇਹ ਤਾਂ ਤੁਸੀਂ ਡੀਮੋਰਲਾਈਜ਼ ਕਰਨ ਦੀਆਂ ਗੱਲਾਂ ਕਰਦੇ ਹੋ। ਹੁਣ ਇਹ ਨਾਗਾਲੈਂਡ ਦੇ ਵਿੱਚ ਈਸਾਈ ਹੈਗੇ ਹੈ, ਮੀਜ਼ੋਲੈਂਡ ਦੇ ਵਿੱਚ ਈਸਾਈ ਹੈਗੇ ਹੈ, ਕਸ਼ਮੀਰ ਦੇ ਵਿੱਚ ਮੁਸਲਮਾਨ ਹੈ, ਪੰਜਾਬ ਦੇ ਵਿੱਚ ਸਿੱਖ ਨੇ, ਤੇ ਅਸਾਮ ਦੇ ਵਿੱਚ ਜਿਹੜੇ ਇੰਡੀਆ ਦੇ ਸੈਂਟਰਲ ਦੇ ਸੂਬੇ ਹੈਗੇ ਆ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਆਦਿਵਾਸੀਆਂ ਦੀ ਹੈ ਜਿਹੜੇ ਹਿੰਦੂ ਨਹੀਂ ਹੈ। ਤਾਂ ਮੇਰਾ ਮਤਲਬ ਫਿਰ ਇਹ ਹਿੰਦੂ ਨੂੰ ਆਪਾਂ ਰਾਜ ਕਿਉਂ ਦੇ ਰਹੇ ਹਾਂ? ਜਿਹੜੇ ਆਪਣੇ ਰੰਗਰੇਟੇ ਸਿੱਖ ਹੈ ਉਹ ਹਿੰਦੂ ਨਹੀਂ ਹੈ, ਤੇ ਇੰਨੀ ਉਹਨਾਂ ਦੀ ਤਾਦਾਦ ਹੈ, ਤਾਂ ਫਿਰ ਹਿੰਦੂ ਸਾਡੇ ਉੱਤੇ ਰਾਜ ਕਿਉਂ ਕਰ ਰਿਹਾ? ਬ੍ਰਾਹਮਣ, ਅੱਜ ਮਾਇਆਵਤੀ ਜੀ ਵੀ ਕਹਿੰਦੇ ਆ ਕਿ ਅਸੀਂ ਬ੍ਰਾਹਮਣਾਂ ਕੋਲੇ ਜਾਣਾ। ਬ੍ਰਾਹਮਣਾਂ ਨੇ ਜੋ ਕੁਛ ਜ਼ੁਲਮ ਮਨੁੱਖਤਾ ਦੇ ਉੱਤੇ ਕੀਤਾ ਹੈ, ਉਹਦੇ ਕੋਲੇ ਕਾਂਸ਼ੀ ਰਾਮ ਜੀ ਦੀ ਬਣਾਈ ਹੋਈ ਪਾਰਟੀ ਦੀ ਅੱਗੇ ਮੋਹਤਬੇਰ ਕਹੇ ਕਿ ਮੈਂ ਬ੍ਰਾਹਮਣਾਂ ਨੂੰ ਲੈਣਾ, ਕਿ ਬ੍ਰਾਹਮਣ ਸਾਨੂੰ ਨਹੀਂ ਲੈ ਸਕਦੇ? ਅਸੀਂ ਬ੍ਰਾਹਮਣਾਂ ਨੂੰ ਕਿਉਂ ਲੈ ਕੇ ਆਈਏ ਜਿਨ੍ਹਾਂ ਨੇ ਸਾਡੇ 'ਤੇ ਸਦੀਆਂ ਤੋਂ ਜ਼ੁਲਮ ਕੀਤਾ ਹੈਗਾ? ਕੰਨਾਂ 'ਚ ਸਾਡੇ 'ਚ ਇਹ ਤਾਂਬਾ ਢਾਲ ਕੇ ਪਾਤਾ, ਜੀਭਾਂ ਸਾਡੀਆਂ ਕੁਤਰਤੀਆਂ,
ਤਾਂ ਮੇਰਾ ਮਤਲਬ ਹੈ ਇਹ ਜਿਹੜੀ ਪੁੱਠੀ ਗੱਲ ਕਰ ਰਹੇ ਹੈ, ਅਸੀਂ ਉਹਦੇ ਖਿਲਾਫ ਹੈ। ਐ ਨਾ ਕਹੋ ਕਿ ਖਾਲਿਸਤਾਨ ਦੇ ਵਿੱਚ ਇੰਨੇ ਪਰਸੈਂਟ ਇਹ ਹੈ, ਇਹ ਇੰਨੇ ਪਰਸੈਂਟ ਹੈ। ਤੁਸੀਂ ਦੱਸੋ ਕਿ ਸਾਰੇ ਪਰਸੈਂਟ ਹਿੰਦੂ ਹੈ ਇੰਡੀਆ ਦੇ ਵਿੱਚ, ਅਤੇ ਫਿਰ ਹਿੰਦੂ ਕਿਉਂ ਉਹਨਾਂ ਦੇ ਉੱਤੇ ਰਾਜ ਕਰ ਰਿਹਾ? ਅੱਜ ਕਸ਼ਮੀਰ ਨੂੰ ਕਿਉਂ ਤੋੜ ਕੇ ਰੱਖਤਾ ਹਿੰਦੂ ਨੇ? ਉਹ ਮੁਸਲਮਾਨਾਂ ਦਾ ਸੂਬਾ ਹੈ, ਉਹਨਾਂ ਨੂੰ ਸੰਵਿਧਾਨਕ ਹੱਕ ਮਿਲੇ ਹੋਏ ਹੈ, ਆਰਟੀਕਲ 335A, ਅਤੇ ਉਹਨਾਂ ਦੇ ਉੱਤੇ ਇਹੋ ਜਿਹੇ ਜ਼ਾਲਮ ਕਾਨੂੰਨ ਥੋਪਤੇ ਆ ਆਫਸਵਾ, ਜਿਹਦੇ ਉੱਤੇ ਸਿਕਿਉਰਿਟੀ ਫੋਰਸਿਸ ਅਤੇ ਫੌਜ ਫੜ ਕੇ ਮਾਰ ਸਕਦੀ ਹੈ, ਜਬਰ ਜਨਾਹ ਕਰ ਸਕਦੀ ਹੈ, ਲੱਤਾਂ ਤੋੜ ਸਕਦੀ ਹੈ, ਪਰ ਉਹਦੀ FIR ਹੀ ਨਹੀਂ ਲਿਖੀ ਜਾ ਸਕਦੀ। ਅਤੇ ਇਹ ਸਾਰੇ ਕਾਨੂੰਨ ਸੰਵਿਧਾਨ ਦੇ ਖਿਲਾਫ ਹੈ। ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਸਾਰੇ ਹਿੰਦੂ ਹੈਗੇ ਹੈ। ਉਹਨਾਂ ਨੂੰ ਦਿਖਦਾ ਕਿ ਜੇ ਅਸੀਂ ਸੰਵਿਧਾਨ ਦੇ ਰਖਵਾਲੇ ਹੈ ਅਤੇ ਇਹੋ ਜਿਹੇ ਜ਼ਾਲਮ ਉੱਥੇ ਕਾਨੂੰਨ ਚੱਲ ਰਹੇ ਆ ਕਸ਼ਮੀਰ ਦੇ ਵਿੱਚ, ਕਿ ਉਹਨਾਂ ਨੂੰ ਅਸੀਂ ਰੱਦ ਨਹੀਂ ਕਰ ਸਕਦੇ। ਮੇਰਾ ਮਤਲਬ ਸਾਰੀਆਂ ਹਾਈ ਕੋਰਟਾਂ ਦੇ ਵਿੱਚ ਹਿੰਦੂ ਨੇ, ਫਿਰ ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਹਿੰਦੂਆਂ ਦੀ ਹੈ, ਰਾਜ ਸਭਾ ਦੇ ਵਿੱਚ ਇਹਨਾਂ ਦੀ ਹੈ, ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ, ਤਾਂ ਫਿਰ ਅਸੀਂ ਜਾਈਏ ਕਿੱਥੇ? ਨਾ ਕੈਬਨਿਟ ਨਵੀਂ ਬਣਾਈ ਹੈ ਮੋਦੀ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਮੈਂ ਪਿੰਡਾਂ ਦੇ ਗਰੀਬ ਆਦਮੀ ਲਏ ਹੈ, ਪਰ ਦੱਸਣ ਕਿ ਇੱਕ ਵੀ ਸਿੱਖ ਲਿਆ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ। ਹੁਣ ਸਿੱਖ ਦਿੱਲੀ ਕਿਹਦੇ ਕੋਲੇ ਜਾਊਗਾ ਜੇ ਸਾਨੂੰ ਰੋਸ ਹੋਊਗਾ? ਤੁਸੀਂ ਦੱਸੋ। ਕਾਂਸ਼ੀ ਰਾਮ ਜੀ ਸੀਗੇ, ਉਹਨਾਂ ਕੋਲੇ ਚਲੇ ਜਾਈਦਾ ਸੀ ਜੇ ਕੋਈ ਤਕਲੀਫ ਹੁੰਦੀ ਸੀਗੀ, ਪਰ ਅੱਜ ਸਿੱਖਾਂ ਦੇ ਕੋਈ ਨੁਮਾਇੰਦਾ ਹੀ ਨਹੀਂ ਹੈਗਾ ਦਿੱਲੀ ਦੇ ਵਿੱਚ ਜਿਹਦੇ ਕੋਲੇ ਆਪਾਂ ਜਾ ਸਕੀਏ। ਗਿਆਨੀ ਜ਼ੈਲ ਸਿੰਘ ਤੁਸੀਂ ਕਹਿ ਦੋਗੇ ਉਹ ਤਾਂ ਜੀ ਪ੍ਰੈਜ਼ੀਡੈਂਟ ਬਣਾਤੇ ਸੀਗੇ, ਪਰ ਉਸੇ ਪ੍ਰੈਜ਼ੀਡੈਂਟ ਨੇ ਸਾਡੀ ਆਜ਼ਾਦੀ ਦੇ ਖਿਲਾਫ ਦਸਤਖਤ ਕਰਾ ਕੇ ਬਰਤਾਨੀਆ ਦੀ, ਰੂਸ ਦੀ ਅਤੇ ਇੰਡੀਆ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਵਾੜਤੀ। ਫਿਰ ਕਹੋਗੇ ਮਨਮੋਹਨ ਸਿੰਘ ਤੁਹਾਡਾ ਪ੍ਰਾਈਮ ਮਿਨਿਸਟਰ ਸੀਗਾ। ਮਨਮੋਹਨ ਸਿੰਘ ਇਹ ਫਰਾਂਸ ਕਈ ਵਾਰੀ ਗਿਆ ਹੈ, ਫਰਾਂਸ ਤੋਂ ਬਹੁਤ ਅਸਲਾ ਇੰਡੀਆ ਕੋਲੇ ਆਉਂਦਾ ਹੈ। ਅਸੀਂ ਕਿਹਾ ਕਿ ਮਨਮੋਹਨ ਸਿੰਘ ਜੀ ਉੱਥੇ ਪਾਬੰਦੀ ਹੈ ਸਾਨੂੰ ਦਸਤਾਰ ਬੰਨ੍ਹਣ ਦੀ, ਸਾਨੂੰ ਉਹ ਤਾਂ ਲੈ ਦਿਓ। ਉੱਥੇ ਚੁੱਪ ਕਿਉਂ ਕਰਕੇ? ਜਿੰਨੇ ਵੀ ਸਿੱਖ ਹੋਣਗੇ ਹਿੰਦੂ ਰਾਸ਼ਟਰ ਦੇ ਵਿੱਚ, ਉਹਨਾਂ ਨੂੰ ਹਿੰਦੂ ਰਾਸ਼ਟਰ ਦੀ ਪਾਲਿਸੀ ਅਖਤਿਆਰ ਕਰਨੀ ਪੈਂਦੀ ਹੈ ਅਤੇ ਚਲਾਉਣੀ ਪੈਂਦੀ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁਸਲਮਾਨ ਫਕੀਰ ਉਜ਼ੀਨ ਸਾਡੇ ਫੋਰਨ ਮਿਨਿਸਟਰ ਸੀਗੇ, ਸਾਡੇ ਇਕਨੋਮਿਕ ਫਾਈਨੈਂਸ ਮਿਨਿਸਟਰ ਹਿੰਦੂ ਸੀਗੇ, ਜਰਨੈਲ ਹਿੰਦੂ ਸੀਗੇ, ਪਰ ਉਹਨਾਂ ਨੂੰ ਪਾਲਿਸੀ ਤਾਂ ਸਿੱਖ ਸਟੇਟ ਦੀ ਚਲਾਉਣੀ ਪੈਂਦੀ ਸੀ ਨਾ। ਹੁਣ ਮੈਨੂੰ ਤੁਸੀਂ ਵਜ਼ੀਰ ਬਣਾ ਦਿਓ, ਪਰ ਮੈਂ ਪਾਲਿਸੀ ਤਾਂ ਹਿੰਦੂ ਦੀ ਚਲਾਊਂਗਾ ਨਾ ਉੱਥੇ ਬੈਠ ਕੇ, ਸਿੱਖ ਦੀ ਤਾਂ ਨਹੀਂ ਮੈਂ ਚਲਾ ਸਕਦਾ। ਫਿਰ ਸਿੱਖ ਕੋਈ ਹੈ ਹੀ ਨਹੀਂ ਸਾਡਾ ਗਵਰਨਮੈਂਟ ਦੇ ਵਿੱਚ। ਮਾਨ ਸਾਹਿਬ, ਤੁਸੀਂ ਭਾਰਤੀ ਸੰਵਿਧਾਨ 'ਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ? ਹਾਂ ਕੀ ਜੀ? ਭਾਰਤੀ ਸੰਵਿਧਾਨ 'ਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ? ਦੇਖੋ, ਜਿਹੜੇ ਸਾਡੇ ਬਜ਼ੁਰਗ ਸੀਗੇ ਨਾ, ਜਿਹੜੀ ਕੰਸਟੀਟਿਊਟ ਅਸੈਂਬਲੀ ਬਣੀ ਸੀਗੀ ਜਿਹਨੇ ਇਹ ਸੰਵਿਧਾਨ ਬਣਾਇਆ ਹੈ, ਉਸ ਕਮੇਟੀ ਦੇ ਵਿੱਚ 2 ਸਿੱਖ ਲਏ ਗਏ ਸੀ। ਇੱਕ ਸਰਦਾਰ ਭੁਪਿੰਦਰ ਸਿੰਘ ਮਾਨ ਲਏ ਸੀਗੇ, ਇੱਕ ਸਰਦਾਰ ਹੁਕਮ ਸਿੰਘ ਲਏ ਸੀਗੇ। ਜਦੋਂ ਉਹਨਾਂ ਨੇ ਦੇਖਿਆ ਕਿ ਜਿੰਨੇ ਵੀ ਗਾਂਧੀ, ਨਹਿਰੂ ਅਤੇ ਪਟੇਲ ਨੇ ਸਾਡੇ ਨਾਲ ਵਾਅਦੇ ਕੀਤੇ ਆ ਕਿ ਇੱਕ ਕਿੱਤਾ ਬਣਾਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਜਦੋਂ ਇਹ ਸਾਰਾ ਕੁਛ ਕਰਤਾ ਅਤੇ 25 ਧਾਰਾ ਦੇ ਵਿੱਚ ਕਹਿਤਾ ਕਿ ਸਿੱਖ ਹਿੰਦੂ ਮਜ਼ਹਬ ਦਾ ਇੱਕ ਹਿੱਸਾ ਹੈ, ਉਹਨਾਂ ਨੇ ਸਿੱਖ ਨੁਮਾਇੰਦਿਆਂ ਵਜੋਂ ਦਸਤਖਤ ਹੀ ਨਹੀਂ ਕੌਂਸਟੀਟਿਊਸ਼ਨ ਦੇ ਉੱਤੇ ਕੀਤੇ। ਅਗਲੀ ਵਾਰੀ ਤੁਸੀਂ ਚੰਡੀਗੜ੍ਹ ਗਏ, ਚੰਡੀਗੜ੍ਹ ਦੀ ਹਾਈ ਕੋਰਟ 'ਚ ਜਾ ਕੇ ਦੇਖਿਓ ਕੌਂਸਟੀਟਿਊਸ਼ਨ, ਉਹਦੇ 'ਚ ਸਿੱਖਾਂ ਦੇ ਦਸਤਖਤ ਹੈ ਨਹੀਂ। ਅਤੇ ਜੇ ਸਾਡੇ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ ਇਸ ਕੌਂਸਟੀਟਿਊਸ਼ਨ 'ਤੇ, ਤਾਂ ਫਿਰ ਮੈਂ ਸਿੱਖ ਹਾਂ। ਅਕਸਰ ਮੈਂ ਹੈਗਾ ਤਾਂ ਸਿੱਖ ਹੈ ਨਾ। ਤੇ ਤੁਸੀਂ ਉਸੇ ਗੱਲ, ਮੈਂ ਸੰਵਿਧਾਨ 'ਤੇ ਫਿਰ ਆਉਣਾ ਹੈ, ਤੁਸੀਂ ਕਹਿੰਦੇ ਹੋ ਕਿ ਸੰਵਿਧਾਨ 'ਚ ਵਿਸ਼ਵਾਸ ਨਹੀਂ ਹੈ। ਜਦੋਂ ਸਾਡੇ ਨੁਮਾਇੰਦਿਆਂ ਨਹੀਂ ਸਾਈਨ ਨਹੀਂ ਕੀਤੇ, ਤਾਂ ਫਿਰ ਵੋਟਾਂ ਵੀ ਸੰਵਿਧਾਨ ਰਾਹੀਂ ਪੈਂਦੀਆਂ, ਸਹੁੰ ਵੀ ਸੰਵਿਧਾਨ ਦੀ ਖਾਂਦੇ ਹੋ, ਅਤੇ ਜਿਹੜਾ ਪ੍ਰਬੰਧ ਤੁਸੀਂ ਕਹਿੰਦੇ ਹੋ ਕਿ ਜਿਹੜੀ ਕਿਰਪਾਨ ਰੱਖਣ ਦਾ ਵੀ ਸਾਨੂੰ ਅਧਿਕਾਰ ਸੰਵਿਧਾਨ ਦਿੰਦਾ, ਉਸੇ ਸੰਵਿਧਾਨ ਦੀ ਫਿਰ ਤੁਸੀਂ ਗੱਲ ਕਰਦੇ ਹੋ। ਫਿਰ ਉਹ ਤਾਂ ਕਰਨੀ ਪਊਗੀ। ਹੁਣ ਕਾਨੂੰਨ ਦੇ ਵਿੱਚ, ਹੁਣ ਜੇ ਮੈਂ ਕਹਾਂ ਮੈਂ ਕਾਨੂੰਨ 'ਚ ਨਹੀਂ ਮੰਨਦਾ, ਅਤੇ ਕਾਨੂੰਨ ਕਹਿੰਦਾ ਤੁਸੀਂ ਸੜਕ ਦੇ ਖੱਬੇ ਪਾਸੇ ਚੱਲੋਗੇ, ਅਤੇ ਮੈਂ ਕਹਾਂ ਕਿ ਮੈਂ ਤਾਂ ਕਾਨੂੰਨ 'ਚ ਮੰਨਦਾ ਹੀ ਨਹੀਂ, ਮੈਂ ਤਾਂ ਸੱਜੇ ਪਾਸੇ ਚੱਲੂੰਗਾ, ਉਹ ਤਾਂ 2 ਮਿੰਟਾਂ 'ਚ ਤੁਹਾਨੂੰ ਦੂਜੀ ਅੱਗੋਂ ਆਉਂਦੀ ਗੱਡੀ ਜਾਂ ਟਰੱਕ ਮਾਰ ਕੇ ਖ਼ਤਮ ਕਰ ਦੂਗੀ। ਸੋ ਮੇਰਾ ਮਤਲਬ ਸੀ ਆਪਣੇ ਆਪ ਨੂੰ ਸੁਰੱਖਿਅਤ ਵੀ ਤਾਂ ਸਮਝਣਾ ਹੈ ਕਿ ਮੇਰਾ ਮਤਲਬ ਕਿੱਧਰ ਜਾਣਾ ਹੈ। ਜੇ ਗਾਂਧੀ, ਨਹਿਰੂ ਬਰਤਾਨੀਆ ਜਾਂਦੇ ਸੀ
ਉਹ ਬ੍ਰਿਟਿਸ਼ ਪਾਸਪੋਰਟ ਲੈ ਕੇ ਜਾਂਦੇ ਸੀ, ਉਦੋਂ ਇੰਡੀਅਨ ਪਾਸਪੋਰਟ ਤਾਂ ਹੈ ਨਹੀਂ ਸੀ। ਸੋ ਮੈਨੂੰ ਇਹ ਸੰਵਿਧਾਨ ਅਮਨ ਪਸੰਦ ਤਰੀਕੇ ਦੇ ਨਾਲ ਚੱਲਣਾ ਪੈਂਦਾ, ਪਰ ਮੈਂ ਮੰਨਦਾ ਨਹੀਂ ਹੈ। ਆਖਰੀ ਸਵਾਲ ਹੈ, ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਜਾਂ ਤੁਹਾਡੀਆਂ ਪ੍ਰਾਪਤੀਆਂ ਗਿਣਨੀਆਂ ਹੁਣ ਤੱਕ ਹੁੰਦੀਆਂ ਤਾਂ ਕੀ ਪ੍ਰਾਪਤੀਆਂ? ਦੇਖੋ, ਇੱਕ ਤਾਂ ਅਸੀਂ ਖਾਲਿਸਤਾਨ ਦਾ ਮੁੱਦਾ ਹਰਾ ਰੱਖਿਆ। ਸੰਤ ਜਰਨੈਲ ਸਿੰਘ ਵਾਲੇ ਨੇ ਸ਼ਹਾਦਤ ਤੋਂ ਬਾਅਦ ਕਿਹਾ ਸੀ ਕਿ ਜੇ ਹਿੰਦ ਦੀ ਫੌਜ ਦਰਬਾਰ ਸਾਹਿਬ ਚਾਹੂਗੀ ਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਦੂਸਰੀ ਚੀਜ਼ ਹੈ ਕਿ ਜਿਹੜਾ ਵੀ ਖਾਲਿਸਤਾਨ ਦਾ ਨਾਂ ਲੈ ਲੈਂਦਾ ਸੀ ਉਹਦੇ ਉੱਤੇ ਸੈਡੀਸ਼ਨ ਦਾ, ਦੇਸ਼ ਧਰੋਹੀ ਦਾ ਕੇਸ ਬਣ ਜਾਂਦਾ ਸੀ। ਅਸੀਂ ਹਕੂਮਤ ਤੋਂ, ਸੁਪਰੀਮ ਕੋਰਟ ਤੋਂ ਇਹ ਹੱਕ ਲੈ ਲਿਆ ਕਿ ਜੇ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ, ਕਾਨਫਰੰਸ ਕਰਾਂਗੇ, ਮੀਟਿੰਗ ਕਰਾਂਗੇ, ਸਾਡੇ ਉੱਤੇ ਕੋਈ ਸੈਡੀਸ਼ਨ ਦਾ, ਦੇਸ਼ ਧਰੋਹੀ ਦਾ ਕੇਸ ਨਹੀਂ ਬਣ ਸਕਿਆ। ਫਿਰ ਸਾਡੀ ਕਾਮਯਾਬੀ ਸਾਰੇ ਦੁਨੀਆ 'ਚ ਹੋ ਰਹੀ ਹੈ। ਅਮਰੀਕਾ ਦਾ ਜਿਹੜਾ ਸੂਬਾ ਹੈ ਨਿਊ ਜਰਸੀ, ਉਹਦੇ ਸਾਡੇ ਪ੍ਰਧਾਨ ਹੈਗੇ ਸਰਦਾਰ ਬੂਟਾ ਸਿੰਘ ਖੁਰਾਦ। ਉਹਨਾਂ ਨੇ ਮਿਹਨਤ ਕਰਕੇ, ਜਿਵੇਂ ਪੰਜਾਬ ਹਰਿਆਣਾ ਦੀ ਅਸੈਂਬਲੀ ਹੈ, ਉਹਨਾਂ ਨੇ ਨਿਊ ਜਰਸੀ ਦੀ ਅਸੈਂਬਲੀ ਤੋਂ ਇਹ ਹੱਕ ਪ੍ਰਾਪਤ ਕਰ ਲਿਆ ਹੈ ਕਿ ਜਿਹੜਾ ਇੰਡੀਆ ਦੇ ਸੰਵਿਧਾਨ 'ਚ ਲਿਖਿਆ ਕਿ ਸਿੱਖ ਹਿੰਦੂ ਦਾ ਇੱਕ ਹਿੱਸਾ ਹੈਗੀ ਹੈ, ਉਹ ਸਾਰਾ ਘਟਾਤਾ ਹੈ। ਉੱਥੇ ਉਸ ਸੰਵਿਧਾਨ ਨੇ ਕਿਹਾ ਕਿ ਸਿੱਖ ਇੱਕ ਆਜ਼ਾਦ ਅਤੇ ਇੰਡੀਪੈਂਡੈਂਟ ਅਲੱਗਾ ਇੱਕ ਧਰਮ ਹੈ। ਸੋ ਸਾਰੇ ਪਾਸੇ ਸਾਡੀ ਗੱਲ ਹੁੰਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਨਾ ਪਾਕਿਸਤਾਨ ਐਡਾ ਵੱਡਾ ਹੋਵੇ, ਨਾ ਚੀਨ ਦੇ ਕੋਲ ਇੰਨੇ ਹਥਿਆਰ ਹੋਣ, ਨਾ ਇੰਡੀਆ ਦੇ ਕੋਲੇ ਹੋਣ। ਜੇ ਤਿੰਨਾਂ ਦੇ ਕੋਲੇ ਇੰਨੇ ਹਥਿਆਰ ਨਹੀਂ ਹੋਣਗੇ ਫਿਰ ਜੰਗ ਨਹੀਂ ਲੜ ਸਕਦਾ। ਹੁਣ ਮੇਰੀ ਕਿਰਪਾਨ ਹੈ, ਇਹ ਹਿੰਦੂਤਵਾ ਦੇ ਲੋਕ, ਸਾਡੇ ਕੋਲੇ ਇਹੋ ਜਿਹੀ ਤੇਜ਼ ਕਿਰਪਾਨ ਨਹੀਂ ਹੈ, ਇਹ ਸਾਡੇ ਉੱਤੇ ਬਾਹਰ ਕੱਢ ਕੇ ਰੱਖਦੇ ਆ। ਪਰ ਜੇ ਸਾਡੇ ਕੋਲੇ ਉਹੋ ਜਿਹੀ ਤਲਵਾਰ ਹੋਵੇ, ਇਹ ਇਹਨਾਂ ਦੀ ਮਿਆਨ ਦੇ ਵਿੱਚ ਫਿੱਟ ਰਹੇ। ਠੀਕ ਹੈ, ਇਹ ਫਰਕ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਜੀ, ਜੋ ਜਿਨ੍ਹਾਂ ਨਾਲ ਅਸੀਂ ਹਰ ਮੁੱਦੇ ਤੇ ਗੱਲਬਾਤ ਕੀਤੀ। ਜੋ ਜੋ ਉਹਨਾਂ ਤੇ ਇਲਜ਼ਾਮ ਲੱਗਦੇ ਆ, ਜੋ ਜੋ ਉਹਨਾਂ ਤੇ ਸਵਾਲ ਉੱਠਦੇ ਆ, ਉਹਨਾਂ ਦੇ ਬਾਰੇ ਚਰਚਾ ਕੀਤੀ। ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਰ ਇੱਕ ਸਵਾਲ ਦਾ ਜਵਾਬ ਦਿੱਤਾ। ਕੈਮਰਾ ਪਰਸਨ ਹਿਮਤਾਜ ਢਿੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ, ਬਰਗਾੜੀ।